गुरु जी साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरु गुरबाणी गुरु राही उपदेश बख्शिश कर रहे, सानूं समझाउंदे भी जो साडा सारियां दा मूल साडा माता पिता निरंकार सच पार ब्रह्म वाहिगुरु। बई जे तुसीं सदा सुखी होना चाहुंदे, सारे तुसीं मन इच्छा फल प्राप्त करना चाहुंदे, फिर मारे कहंदे भी वो सच नूं कमाओ। परमात्मा सच नूं नेड़े करके, पार ब्रह्म नूं नेड़े करके देखो। ते एक नाम नूं ध्याओ, जो मालक दी आवाज़ शब्द है उहनूं ध्याना करो, उहनूं हिरदे च वसाओ। सतगुरु फरमाउंदे, जिस सर्व सुखां फल लोड़ीए, सो सच कमाओ। नेड़े देखो पार ब्रह्म, एक नाम ध्याओ। बई जो मालक सारे सानू फल देण वाला है, साडियां सारियां इच्छावां पूरियां करन वाला है, वो सच की कमाई करो, सच नूं देखो, मालक दे सन्मुख हो, सच नूं पार ब्रह्म नूं नेड़े करके देखो। और असी पार ब्रह्म वाहिगुरू नूं किवें नेड़े देखना, वो सानू फिर गुरु ने नेड़े दिखाउणा।
ਜਦੋਂ ਆਪਾਂ ਗੁਰੂ ਵਾਲੇ ਬਣਦੇ ਹਾਂ, ਆਪਾਂ ਪੰਜਾਂ ਪਿਆਰਿਆਂ ਪਾਸ ਜਾਂਦੇ ਹਾਂ ਜਿਹੜੇ ਪੂਰਨ ਗੁਰੂ ਰੂਪ ਨੇ। ਉਹਨਾਂ ਨੇ ਸਾਨੂੰ ਪਾਰ ਬ੍ਰਹਮ ਪਰਮਾਤਮਾ ਨੂੰ ਨੇੜੇ ਦਿਖਾਉਣਾ। ਮਾਰੇ ਫਰਮਾਉਂਦੇ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੀਖ। ਫਿਰ ਸਾਨੂੰ ਇਹ ਭੇਦ ਖੁੱਲ੍ਹਦਾ ਬਈ ਅਸੀਂ ਇਹ ਪੜ੍ਹਦੇ ਤਾਂ ਰੋਜ਼ ਹੀ, ਪਰ ਫਿਰ ਪਤਾ ਲੱਗਦਾ ਵੀ ਪਾਰ ਬ੍ਰਹਮ ਨੂੰ ਨੇੜੇ ਕਿਵੇਂ ਦੇਖਣਾ। ਜਦੋਂ ਅਸੀਂ ਮਾਲਕ ਨੂੰ ਦੇਖ ਲੈਂਦੇ ਹਾਂ, ਉਹਦੇ ਸਨਮੁਖ ਹੋ ਜਾਂਦੇ, ਫਿਰ ਅਸੀਂ ਪਰਮਾਤਮਾ ਨੂੰ ਦੇਖਣਾ ਨੇੜੇ। ਆਈਓ ਮਾਰੇ ਸਾਨੂੰ ਕਹਿੰਦੇ ਵੀ ਨੇੜੇ ਦੇਖੋ ਮਾਲਕ ਨੂੰ। ਮਾਲਕ ਸਾਡੇ ਨੇੜੇ ਵੱਸਦਾ, ਪਾਰ ਬ੍ਰਹਮ ਸਾਡੇ ਨੇੜੇ ਵੱਸਦਾ। ਜਦੋਂ ਅਸੀਂ ਨੇੜੇ ਦੇਖਦੇ ਨਹੀਂ ਮਾਲਕ ਨੂੰ, ਅਸੀਂ ਸਿੱਧਾ ਹੀ ਬੇਗਾਨੇ ਘਰ ਚਲੇ ਜਾਂਦੇ, ਪਰਾਏ ਘਰ ਚਲੇ ਜਾਂਦੇ। ਇਹ ਸਰੀਰ ਨੂੰ ਪਰਾਇਆ ਘਰ ਕਹਿੰਦੇ। ਮਾਰੇ ਫਰਮਾਉਂਦੇ ਨਿਕਟ ਨਾ ਪੇਖੇ, ਹਰ ਗਰੇ ਜਾਏ। ਬਈ ਮਾਲਕ ਸਾਡੇ ਨੇੜੇ ਹੈ, ਪਰਮਾਤਮਾ ਸਾਡੇ ਨੇੜੇ ਹੈ। ਤੁਸੀਂ ਨੇੜੇ ਮਾਲਕ ਨੂੰ ਛੱਡ ਕੇ ਤੁਸੀਂ ਸਿੱਧਾ ਹੀ ਬੇਗਾਨੇ ਘਰ ਦੇਖਦੇ। ਹੁਣ ਬੇਗਾਨਾ ਘਰ ਕੀ ਹੈ? ਜਿਹੜਾ ਸਰੀਰ, ਇਹਨੂੰ ਬੇਗਾਨਾ ਘਰ ਕਹਿੰਦੇ ਕਿਉਂਕਿ ਇਹ ਆਪਣਾ ਨਹੀਂ, ਇਹ ਨਾਸਵਾਨ ਹੈ, ਮਿਥਿਆ ਹੋਇਆ। ਇਸ ਵਾਸਤੇ ਫਿਰ ਜਦੋਂ ਜੀਵ ਗੁਰੂ ਦੀ ਮੱਤ ਨਹੀਂ ਲੈਂਦਾ, ਉਹ ਜਦੋਂ ਦੇਖਦਾ ਮਿਥੇ ਹੋਏ ਨੂੰ ਹੀ ਦੇਖਦਾ, ਸਰੀਰ ਨੂੰ ਹੀ ਦੇਖਦਾ। ਇਹ ਸਰੀਰ ਦੇ ਅੰਦਰ ਕੌਣ ਵੱਸਦਾ ਇਹਦਾ ਵੀ ਨਹੀਂ ਭੇਦ, ਇਹ ਨਾ ਇਹ ਭੇਦ ਹੈ ਵੀ ਸਾਡੇ ਅੰਦਰ ਕੌਣ ਵੱਸਦਾ। ਸਿਰਫ ਇਹ ਜਿਹੜਾ ਸਰੀਰ ਇਹਦੇ ਤੱਕ ਸੀਮਤ ਰਹਿ ਗਿਆ। ਇਹ ਸਰੀਰ ਨੂੰ ਨਿਭਾਈ ਜਾਂਦਾ, ਸਰੀਰ ਨੂੰ ਸਜਾਈ ਜਾਂਦਾ, ਇਹਦੇ ਉੱਤੇ ਹੀ ਹਉਮੈ ਹੰਕਾਰ ਕਰੀ ਜਾਂਦਾ, ਇਹਨੂੰ ਹੀ ਮਲ ਮਲ ਕੇ ਧੋਈ ਜਾਂਦਾ। ਪਰ ਜਿਹੜਾ ਮਨ ਹੈ, ਮਨ ਦਾ ਭੇਦ ਨਹੀਂ ਹੈ, ਅੰਦਰ ਦਾ ਭੇਦ ਨਹੀਂ ਹੈ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਬਈ ਤੁਸੀਂ ਮਨ ਨੂੰ ਧੋ। ਮਨ ਨੇ ਧੋਣਾ, ਗੁਰੂ ਦੀ ਮੱਤ ਦੁਆਰਾ ਨਹੀਂ ਧੋਤਾ ਜਾਣਾ। ਆਪਦੀ ਮੱਤ ਦੁਆਰਾ ਅਸੀਂ ਇਹਨੂੰ ਧੋ ਨਹੀਂ ਸਕਦੇ, ਆਪਣੀ ਮੱਤ ਦੁਆਰਾ ਤਾਂ ਅਸੀਂ ਹੋਰ ਮੈਲਾ ਕਰ ਲੈਂਦੇ। ਆਈਓ ਫਿਰ ਸਾਨੂੰ ਸਮਝਾਉਂਦੇ ਬਈ ਤੁਸੀਂ ਗੁਰੂ ਦੀ ਸ਼ਰਨ ਵਿੱਚ ਆਓ, ਗੁਰੂ ਵਾਲੇ ਬਣੋ, ਪਰਮਾਤਮਾ ਪਾਰ ਬ੍ਰਹਮ ਨੂੰ ਨੇੜੇ ਦੇਖੋ, ਮਾਲਕ ਨੂੰ ਨੇੜੇ ਦੇਖੋ। ਜਦੋਂ ਫਿਰ ਆਪਾਂ ਪਰਮਾਤਮਾ ਨੂੰ ਨੇੜੇ ਦੇਖਦੇ ਹਾਂ, ਗੁਰੂ ਸਾਨੂੰ ਦਿਖਾ ਦਿੰਦਾ, ਫਿਰ ਸਾਡੇ ਮਨ ਨੂੰ ਕਹਿੰਦੇ ਵੀ ਹੁਣ ਸਦਾ ਹੀ ਮਾਲਕ ਦੇ ਨਾਲ ਰਹੀ, ਹੁਣ ਫਿਰ ਨਾ ਵਿਛੜ ਜੀ। ਮਹਾਰਾਜ ਇਸੇ ਵਰਤਾਏ ਫਰਮਾਉਂਦੇ, ਇਹ ਮਨ ਮੇਰਿਆ ਉਹ ਸਦਾ ਰਹੋ ਹਰ ਨਾਲੇ। ਬਈ ਹੈ ਮੇਰੇ ਮਨਾ, ਹੁਣ ਤੂੰ ਸਦਾ ਹਰੀ ਦੇ ਨਾਲ ਰਹੇ, ਤੂੰ ਸਦਾ ਪਾਰ ਬ੍ਰਹਮ ਪਰਮਾਤਮਾ ਦੇ ਨਾਲ ਰਹੇ, ਤੂੰ ਸਦਾ ਉਹਦੇ ਸਨਮੁਖ ਰਹੇ। ਔਰ ਉਹਦੇ ਨਾਲ ਅਸੀਂ ਤਾਂਹੀਓ ਰਹਿ ਸਕਦੇ ਹਾਂ ਜਦੋਂ ਅਸੀਂ ਉਹਨੂੰ ਦੇਖਾਂਗੇ। ਜੇ ਤਾਂ ਅਸੀਂ ਉਹਨੂੰ ਦੇਖਦੇ ਹਾਂ, ਅਸੀਂ ਮਾਲਕ ਦੇ ਨਾਲ। ਜੇ ਅਸੀਂ ਉਹਨੂੰ ਨਹੀਂ ਦੇਖਦੇ ਮਾਲਕ ਨੂੰ, ਫਿਰ ਅਸੀਂ ਸਿੱਧਾ ਹੀ ਬੇਗਾਨੇ ਘਰ, ਮਾਇਆ ਦੇ ਘਰ ਨੂੰ ਦੇਖਦੇ, ਜਿਹੜਾ ਕਿ ਦੂਜਾ ਹੈ, ਜਿਹੜਾ ਮਿਥਿਆ, ਜਿਹੜਾ ਨਾਸਵਾਨ। ਸੋ ਤਾਂਹੀਓ ਫਿਰ ਆਪਾਂ ਨੂੰ ਕਹਿੰਦੇ ਬਈ ਇਹ ਸਾਡੇ ਨੇਤਰ ਪਹਿਲਾਂ ਜਿਹੜੇ ਅੰਨੇ ਹੁੰਦੇ, ਜਿਹੜੇ ਪਾਰ ਬ੍ਰਹਮ ਮਾਲਕ ਨੂੰ ਦੇਖਦੇ ਨਹੀਂ। ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਜਾਂਦੇ ਹਾਂ, ਸਤਿਗੁਰਾਂ ਦੀ ਕਿਰਪਾ ਦੁਆਰਾ, ਫਿਰ ਇਹ ਸਾਡੀ ਨਿਭ ਦ੍ਰਿਸ਼ਟ ਹੋ ਜਾਂਦੀ। ਸਾਨੂੰ ਜਦੋਂ ਮਾਲਕ ਦਿਸਣ ਲੱਗ ਜਾਂਦੇ, ਮਹਾਰਾਜ ਫਰਮਾਉਂਦੇ, ਕਹੇ ਨਾਨਕ ਇਹ ਨੇਤਰ ਅੰਧ ਸੀ,
सतगुर मिलिया दिव्य दृष्ट पे बई वो अखां आनियां वो जीवन ने जिहड़े परमात्मा नूं नहीं देखते। जिवें महाराज कहंदे भी उहनूं आना नहीं कहंदे भी जिहड़ा नेत्रहीन है, जिहदे अखां नहीं है। असल दे विच अन्ना वो है जिहड़ा हुक्म नूं नहीं बुझदा, जिहड़ा मालक नूं नहीं देखदा। सतगुरु कहंदे सो क्यों अंधा आखीए जे हुक्मों अंधा होए। बई जिहड़ा शुरू तो ही जिहदे अखां नहीं भी उहनूं अन्ना नहीं कहंदे। ते अन्ना कौन? महाराज कहंदे जिहड़ा हुक्म नूं नहीं जाणदा वो अन्ना। नानक हुक्म न बुझे अन्ना अंधा कहिए सोई। बई जिहड़ा हुक्म नूं नहीं जाणदा, जिहड़ा मालक दे सन्मुख नहीं, वो अन्ना। आइयां फिर मारे कहंदे अंधे ना आखीन जिन मुख लोयण नाही। अंधे सही नानक जो खसमों भुथे जाहे। बई जदों असीं आपदी मत द्वारा चलदे उदों फिर कहंदे भी ये नेत्र अन्ने। बई जिहड़े मालक नूं देखदे नहीं परमात्मा नूं, वो तो बेमुख जिहड़े पार ब्रह्म नूं नहीं देखदे। ते इसे वास्ते फिर आपां गुरु दी शरण च जांदे, गुरु वाले बनते हैं भी ताकि असीं अन्निਆਂ तो सजाखी हो जी। असीं बोलियां तो फिर सानूं सुनन लग जी। असीं पहलां गुंगे हो चुके हैं, मालक दे गुण नहीं गाउंदे। असीं गुंगियां तो फिर बोलन लग जी। ये सारा फिर गुरु की किरपा द्वारा हुंदा जदों असीं गुरु की शरण दे विच आउंदे, जदों आपां साध संगत करते। इस वास्ते फिर आपां नूं सतगुरु समझाउंदे भी एक अचरज कर देने वाली गल, हैरान। गुरु अर्जन देव जी महाराज कहते भी जदों गुरु भरम दा पड़दा पासे करदा है, बई फिर आपां जदों देखते हैं भी तो सारे ब्रह्म ही ब्रह्म है, मालक ही मालक। फिर साडे अंदरों जिहड़ी पराई तात दुविधा ये सब खत्म हो जाती। मारे फरमाउंदे अचरज एक सुनोरे भाई, गुर ऐसी बूझ बुझाई। लाह पड़दा ठाकर जो भेटियो, विसरी तात पराई। बई जदों पड़दा पासे होया फिर देखिए भी तो सारा मालक ही मालक है, ब्रह्म ही ब्रह्म है। इहो महाराज आपां नूं समझाउंदे बई ये सारा ब्रह्म का ही खेल है। ब्रह्म पसारा ब्रह्म पसरिया सब ब्रह्म दृष्टि आए। बई बाहर भी सारे ब्रह्म ही ब्रह्म है, तो सब दे अंदर भी ब्रह्म ही। बई हर एक घट दे विच मालक ही वसदा है। ऐसी कोई भी थां नहीं है जिथे परमात्मा मौजूद ना हो। ताइयों सानू संत जन बार बार ये गल समझाउंदे। महाराज कहंदे घट घट मैं हर जू वसे, संतन कहो पुकार। बई संतां ने सानू भेज दिता भी हर एक घट दे विच वो हरी मालक वसदा है। और सानू सारे घटां दे विच क्यों नहीं मालक दिसदा, क्योंकि सानू आपदे अंदर नहीं नज़र आउंदा। जद तक सानू आपदे अंदर नहीं दिसदा, सानू किसी च भी नहीं दिसदा। जदों असीं आपदे अंदर देख लांगे फिर सानू पता लगदा भी जिहड़ी जोत साडे अंदर है उहिओ सब दे विच। जिहड़ा साडे अंदर प्रकाश है उहिओ प्रकाश सब दे अंदर ही उहिओ है। जिस नूं महाराज गुरबाणी च फिर आपां नूं दसदे
ਬਈ ਸਾਰੇ ਘਟਾਂ ਦੇ ਵਿੱਚ ਉਹਦੀ ਹੀ ਜੋਤ ਜਗਦੀ। ਬਈ ਗੁਰੂ ਦੀ ਮਦਦ ਦੁਆਰਾ ਉਹ ਜੋਤ ਹੈ ਜਿਹੜੀ ਉਹ ਪ੍ਰਗਟ ਹੁੰਦੀ, ਜਿਹੜੀ ਸਾਡੇ ਅੰਦਰ ਗੁਪਤ ਹੋ ਚੁੱਕੀ। ਮਾਰੇ ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਈ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਈ। ਗੁਰ ਸਾਖੀ ਜੋਤ ਪ੍ਰਗਟ ਹੋਈ। ਬਈ ਸਭ ਦੇ ਵਿੱਚ ਜੋਤ ਤਾਂ ਹੋਈ, ਇੱਕੋ ਹੀ ਮਾਲਕ ਸੀ, ਪਰ ਜ਼ਿਆਦਾ ਕਿ ਸਾਡੇ ਅੰਦਰ ਨਹੀਂ ਜੋਤ ਜਗਦੀ, ਉਹਨਾਂ ਸਮਾਂ ਸਾਨੂੰ ਕਿਸੇ ਦੇ ਅੰਦਰ ਵੀ ਨਹੀਂ ਜਗਦੀ ਨਜ਼ਰ ਆਉਂਦੀ। ਜਿਵੇਂ ਆਪਣੇ ਘਰ ਦੇ ਵਿੱਚ ਹਨੇਰਾ ਹੈ ਤੇ ਸਾਨੂੰ ਸਾਰੇ ਹਨੇਰਾ ਹੀ ਹਨੇਰਾ ਦਿਸਣਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਾਰੀ ਅਵਸਥਾ, ਸਾਰੀ ਕਹਾਣੀ ਉਹ ਆਪਣੇ ਮਨ ਦੀ, ਜੋ ਸਾਡੀ ਆਪਣੀ ਅਵਸਥਾ ਉਹ ਸਾਨੂੰ ਅੱਗੇ ਦਿਖਾਈ ਦਿੰਦੀ। ਜੇ ਆਪਣੇ ਅੰਦਰ ਪ੍ਰਕਾਸ਼ ਹੈ, ਆਪਾਂ ਨੂੰ ਮਾਲਕ ਦਿਸਦਾ ਤੇ ਆਪਾਂ ਨੂੰ ਸਭ ਦੇ ਵਿੱਚ ਹੀ ਉਹ ਦਿਸੇ। ਇਸ ਵਾਸਤੇ ਮਹਾਰਾਜ ਕਹਿੰਦੇ ਬਈ ਜਿਹੜਾ ਮਨ ਆਪ ਰੋਗੀ ਹੈ, ਉਹ ਰੋਗੀ ਨੂੰ ਸਾਰੇ ਰੋਗੀ ਹੀ ਨਜ਼ਰ ਆਉਣਗੇ। ਜਿਹੜਾ ਆਪ ਦੁਵਿਧਾ ਦੇ ਵਿੱਚ, ਆਪ ਵੈਰ ਵਿਰੋਧ ਵਿੱਚ, ਉਹਨੂੰ ਸਾਰੇ ਉਹੋ ਜਿਹੇ ਲੱਗਣਗੇ ਵੀ ਸਾਰੇ ਹੀ ਦੁਵਿਧਾ ਦੇ ਵਿੱਚ ਨੇ, ਸਾਰੇ ਵੈਰ ਵਿਰੋਧ ਕਰਦੇ। ਕਿਉਂਕਿ ਉਹਦੇ ਆਪਦੇ ਅੰਦਰ ਵੈਰ ਵਿਰੋਧ ਹੈ ਤੇ ਉਹਨੂੰ ਉਹੋ ਜਿਹੀ ਦਿਸਣੇ ਸਾਰੀ, ਤਾਈਓ ਉਹ ਸਭ ਦੇ ਨਾਲ ਹੀ ਵੈਰ ਵਿਰੋਧ ਕਰਦਾ। ਇਸ ਲਈ ਉਹ ਆਪ ਰੋਗੀ ਹੈ ਤੇ ਰੋਗੀ ਦੇ ਭਾਣੇ ਸਾਰੇ ਰੋਗੀ। ਮਹਾਰਾਜ ਕਹਿੰਦੇ ਰੋਗੀ ਕੇ ਭਾਣੇ ਸਭ ਰੋਗੀ। ਜਿਹੜਾ ਮਨ ਆਪ ਸੁਖੀ ਹੈ, ਸੁਖੀ ਨੂੰ ਸਾਰੇ ਸੁਖੀ ਹੀ ਦਿਸਦੇ। ਸੁਖੀ ਹੈ ਕੋ ਪੇਖੇ ਸਭ ਸੁਖੀ ਆ। ਜਿਹੜੇ ਮਨ ਦਾ ਆਪਦਾ ਰੋਗ ਖਤਮ ਹੋ ਗਿਆ, ਜਿਹਨੇ ਆਪ ਆਪਦੇ ਅੰਦਰ ਪਾਰ ਬ੍ਰਹਮ ਦੀ ਪਹਿਚਾਣ ਕਰ ਲਈ, ਮਾਲਕ ਦੀ, ਜਿਹੜਾ ਪਾਰ ਬ੍ਰਹਮ ਨੂੰ ਆਪ ਦੇਖਦਾ, ਉਹਦਾ ਆਪਦਾ ਭਰਮ ਖਤਮ ਹੋ ਗਿਆ। ਉਹਨੂੰ ਇਉਂ ਲੱਗਦਾ ਵੀ ਸਾਰੇ ਹੀ ਮਿਲੇ ਹੋਏ ਨੇ, ਕਿਉਂਕਿ ਉਹ ਸਭ ਦੇ ਵਿੱਚ ਹੀ ਦੇਖਦਾ ਮਾਲਕ ਨੂੰ, ਵੀ ਸਭ ਦੇ ਅੰਦਰ ਵੀ ਉਹੀ ਹੋਏ ਤੇ ਬਾਹਰ ਵੀ ਉਹੀ ਹੋਏ। ਮਹਾਰਾਜ ਇਸ ਲਈ ਫਰਮਾਉਂਦੇ ਮੇਰੇ ਮਨ ਦਿਨ ਆਪਣਾ ਭਰਮ ਗਵਾਤਾ, ਇਸ ਕੇ ਭਾਣੇ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ। ਬਈ ਜਿਹਨੇ ਆਪ ਬ੍ਰਹਮ ਦੀ ਪਹਿਚਾਣ ਕਰ ਲਈ, ਉਹਨੂੰ ਲੱਗਦਾ ਵੀ ਕੋਈ ਭੁੱਲਿਆ ਹੀ ਨਹੀਂ, ਵੀ ਸਭ ਜਾਣਦੇ। ਕਿਉਂਕਿ ਉਹ ਆਪ ਮਿਲਿਆ, ਇਸ ਕਰਕੇ ਉਹਨੂੰ ਲੱਗਦਾ ਵੀ ਸਾਰੇ ਮਿਲੇ। ਉਹ ਇਸ ਵਾਸਤੇ ਫਿਰ ਕਹਿੰਦੇ ਵੀ ਇਹ ਸਾਰੀ ਅਵਸਥਾ ਇਹ ਆਪਣੇ ਮਨ ਦੀ, ਜਿੱਦਾਂ ਦਾ ਸਾਡਾ ਮਨ ਆਪਣਾ ਹੋਏਗਾ ਉੱਦਾਂ ਦਾ ਹੀ ਸਾਨੂੰ ਅੱਗੇ ਦਿਖਾਈ ਦਿੰਦਾ। ਜਿਵੇਂ ਆਪਣੇ ਮਨ ਨੂੰ ਆਰਸੀ ਕਹਿੰਦੇ, ਸ਼ੀਸ਼ਾ, ਜਿਵੇਂ ਆਪਾਂ ਸ਼ੀਸ਼ੇ ਦੇ ਅੱਗੇ ਹੁੰਦੇ ਹਾਂ, ਜਿੱਦਾਂ ਦੀ ਆਪਣੀ ਸ਼ਕਲ ਹੈ ਉੱਦਾਂ ਦੀ ਸ਼ੀਸ਼ਾ ਦਿਖਾਏ। ਜੇ ਆਪਾਂ ਹੱਸ ਕੇ ਦੇਖਾਂਗੇ ਉਹ ਹੱਸਦਿਆਂ ਦੀ ਦਿਖਾ ਦੇ, ਜੇ ਆਪਾਂ ਗੁੱਸੇ ਨਾਲ ਦੇਖਾਂਗੇ ਉਹ ਉੱਦਾਂ ਦੀ ਦਿਖਾ ਦੇ, ਜੇ ਸ਼ਕਲ ਵਿਗਾੜ ਕੇ ਦੇਖਾਂਗੇ ਉਹ ਵਿਗੜੀ ਹੋਈ ਦਿਖਾ ਦੇ। ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਵੀ ਸਾਡੇ ਮਨ ਦੀ ਅਵਸਥਾ ਜੋ ਸਾਡੇ ਅੰਦਰ ਹੈ ਉਹ ਸਾਨੂੰ ਅੱਗੇ ਦਿਖਾਈ ਦਿੰਦਾ ਦੂਸਰਿਆਂ ਦੇ ਵਿੱਚ। ਮਾਰੇ ਫਰਮਾਉਂਦੇ ਜਿਉ ਮਨ ਦੇਖੇ ਪਰ ਮਨ ਤੈਸਾ, ਜੈਸੀ ਮਨਸ਼ਾ ਤੈਸੀ ਦਸ਼ਾ। ਬਈ ਜੋ ਸਾਡੇ ਅੰਦਰ ਸਾਨੂੰ ਉਹੀਓ ਦਿਸ। ਜੇ ਹੁਣ ਸਾਨੂੰ ਆਪਦੇ ਅੰਦਰ ਨਹੀਂ ਪਰਮਾਤਮਾ ਦਿੰਦਾ ਤੇ ਸਾਨੂੰ ਹੋਰ ਵੀ ਨਹੀਂ ਕਿਸੇ 'ਚ ਦਿਸਣ। ਜੇ ਹੁਣ ਸਾਡੇ ਅੰਦਰ ਹੀ ਵੈਰ ਵਿਰੋਧ, ਈਰਖਾ, ਨਫ਼ਰਤ ਹੈ, ਉਹ ਸਾਨੂੰ ਅੱਗੇ ਵੀ ਉੱਦਾਂ ਦੇ ਦਿਸ। ਜੇ ਸਾਡੇ ਅੰਦਰ ਹੰਕਾਰ ਹੈ, ਹਉਮੈ, ਤੇ ਉਹ ਸਾਨੂੰ ਦੂਸਰਿਆਂ 'ਚ ਵੀ ਉੱਦਾਂ ਹੀ ਦਿਸੇ। ਸੋ ਇਸ ਵਾਸਤੇ ਮਨ ਸਾਡਾ ਜਿਹਦਾ ਸੰਗ ਕਰਦਾ
ਇਹ ਉੱਦਾਂ ਦਾ ਹੀ ਰੂਪ ਵਟਾ ਲੈਂਦਾ, ਇਹ ਉੱਦਾਂ ਦਾ ਹੀ ਹੋ ਜਾਂਦਾ। ਭਾਈਆਂ ਗੁਰਬਾਣੀ 'ਚ ਇਹਨੂੰ ਨਟੂਆ ਕਹਿੰਦੇ, ਨਾਟਕਬਾਜ਼। ਬਈ ਜਿਹਦਾ ਸੰਗ ਕਰਦਾ ਉੱਦਾਂ ਦਾ ਹੀ ਰੰਗ ਵਟਾ ਲੈਂਦਾ, ਉਹੋ ਜਿਹਾ ਹੀ ਹੋ ਜਾਂਦਾ। ਮਹਾਰਾਜ ਕਹਿੰਦੇ ਨਟੂਆ ਭੀਖ ਦਿਖਾਵੇ ਬਹੁ ਵਿਧ, ਜੈਸਾ ਹੈ ਉਹ ਤੈਸਾ ਰੇ। ਬਈ ਇਹ ਨਟੂਆ ਨਾਟਕਬਾਜ਼ ਜਿਹਦਾ ਸੰਗ ਕਰਦਾ ਉੱਦਾਂ ਦਾ ਹੀ ਰੰਗ ਵਟਾ ਲੈਂਦਾ, ਉਹੋ ਜਿਹਾ ਹੀ ਬਣ ਜਾਂਦਾ। ਜਿਵੇਂ ਜਦੋਂ ਇਹ ਮਾਇਆ ਦਾ ਸੰਗ ਕਰਦਾ, ਇਹਨੂੰ ਮਾਇਆ ਧਾਰੀ ਕਹਿੰਦੇ। ਜਦੋਂ ਇਹਨਾਂ ਪੰਜਾਂ ਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਸੰਗ ਕਰਦਾ, ਉਦੋਂ ਫਿਰ ਇਹਨਾਂ ਦਾ ਹੀ ਰੂਪ ਹੋ ਜਾਂਦਾ। ਕਾਮ ਦਾ ਸੰਗ ਕਰਦਾ, ਇਹਨੂੰ ਕਹਿੰਦੇ ਕਾਮੀ। ਲੋਭ ਦਾ ਸੰਗ ਕਰਦਾ, ਕਹਿੰਦੇ ਲੋਭੀ ਹੋ ਗਏ। ਹੰਕਾਰ ਦਾ ਸੰਗ ਕਰਦਾ, ਕਹਿੰਦੇ ਬਹੁਤਾ ਹੀ ਹੰਕਾਰੀ ਹੋ ਗਏ। ਜਾਣੀ ਦੀ ਇਸ ਤਰ੍ਹਾਂ ਜਿਹਦਾ ਸੰਗ ਕਰਦਾ ਇਹ ਉਹੀਓ ਰੂਪ ਹੋ ਜਾਂਦਾ, ਉਹ ਜਿਹਾ ਹੀ ਬਣ ਜਾਂਦਾ। ਜੇ ਹੁਣ ਅਸੀਂ ਸੰਗ ਕਰਾਂਗੇ ਪਾਰ ਬ੍ਰਹਮ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ ਸੰਗ ਕਰ ਲਈ ਮਨ, ਫਿਰ ਇਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ, ਫਿਰ ਇਹ ਮਾਲਕ ਵਰਗਾ ਹੀ ਬਣ ਜਾਂਦਾ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਜਿੱਦਾਂ ਦੀ ਮਨ ਨੂੰ ਸੰਗਤ ਮਿਲਦੀ ਹੈ, ਇਹਨੂੰ ਉੱਦਾਂ ਦਾ ਹੀ ਫਲ ਪ੍ਰਾਪਤ ਹੁੰਦਾ ਅਤੇ ਇਹਦੇ 'ਤੇ ਉੱਦਾਂ ਦਾ ਹੀ ਰੰਗ ਚੜ੍ਹ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਬੀਰ ਮਨ ਪੰਥੀ ਭਇਓ, ਉੱਡ ਉੱਡ ਦੇ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ। ਬਈ ਜਿੱਦਾਂ ਦੀ ਮਨ ਨੂੰ ਸੰਗਤ ਮਿਲਦੀ, ਇਹਨੂੰ ਉੱਦਾਂ ਦਾ ਹੀ ਫਲ ਪ੍ਰਾਪਤ ਹੁੰਦਾ ਅਤੇ ਉੱਦਾਂ ਦਾ ਹੀ ਰੂਪ ਧਾਰਨ ਕਰ ਲੈਂਦਾ, ਇਹ ਉਹੋ ਜਿਹਾ ਹੀ ਬਣ ਜਾਂਦਾ। ਜੇ ਹੁਣ ਅਸੀਂ ਸੰਗ ਕਰੀਏ ਮਾਲਕ ਦਾ, ਸਤਿਗੁਰੂ ਦਾ, ਅਤੇ ਫਿਰ ਮਨ ਇਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ, ਫਿਰ ਉਹਦੇ ਵਰਗਾ ਹੀ ਬਣ ਜਾਂਦਾ। ਤਾਂ ਫਿਰ ਮਹਾਰਾਜ ਕਹਿੰਦੇ ਵੀ ਸੰਗਤ ਦਾ ਅਸਰ ਹੁੰਦਾ, ਜਿਹਦਾ ਅਸੀਂ ਸੰਗ ਕਰਦੇ ਹਾਂ ਉੱਦਾਂ ਦਾ ਹੀ ਸਾਡੇ ਮਨ ਦੇ ਉੱਤੇ ਰੰਗ ਚੜ੍ਹ ਜਾਂਦਾ। ਜੇ ਹੁਣ ਅਸੀਂ ਸੰਗ ਕਰਾਂਗੇ ਮਨਮੁਖਾਂ ਦਾ, ਜਿਨ੍ਹਾਂ ਦੇ ਉੱਤੇ ਮਾਇਆ ਦਾ ਰੰਗ ਚੜ੍ਹਿਆ, ਜਦੋਂ ਅਸੀਂ ਉਹਨਾਂ ਦਾ ਸੰਗ ਕਰਾਂਗੇ ਉਹ ਸਾਡੇ 'ਤੇ ਵੀ ਇਹੋ ਰੰਗ ਚੜ੍ਹਾ ਦੇਣਗੇ ਜਿਹੜਾ ਉਹਨਾਂ ਦੇ ਉੱਤੇ ਚੜ੍ਹਿਆ ਹੋਇਆ। ਆਈਓ ਮਹਾਰਾਜ ਕਹਿੰਦੇ ਵੀ ਜੇ ਸਾਡੀ ਦੋਸਤੀ ਮਨਮੁਖਾਂ ਨਾਲ ਹੈ ਅਤੇ ਅਸੀਂ ਆਖੀਏ ਸਾਡੇ ਮਨ ਨੂੰ ਸੁੱਖ ਮਿਲੇਗਾ, ਸਾਡੇ ਮਨ ਨੂੰ ਸ਼ਾਂਤੀ ਆਏਗੀ, ਸਾਡਾ ਮਨ ਆਨੰਦ ਵਾਸਤੇ ਚਲਾ ਜਾਵੇ, ਮਹਾਰਾਜ ਕਹਿੰਦੇ ਹੋਣਾ ਨਹੀਂ। ਸਤਿਗੁਰੂ ਫਰਮਾਉਂਦੇ ਮਨਮੁਖ ਸੌ ਕਰ ਦੋਸਤੀ, ਸੁੱਖ ਕੀ ਪੁੱਛੇ ਮਿੱਤ। ਬਈ ਜੇ ਸਾਡੀ ਦੋਸਤੀ ਮਨਮੁਖਾਂ ਨਾਲ ਬਹਿਣੀ ਉੱਠਣੀ ਸਾਡੀ ਉਹਨਾਂ ਦੇ ਨਾਲ ਜਿਨ੍ਹਾਂ ਦੇ ਉੱਤੇ ਰੰਗ ਮਾਇਆ ਦਾ ਚੜ੍ਹਿਆ ਹੋਏ, ਅਤੇ ਅਸੀਂ ਆਖੀਏ ਉਹਨਾਂ ਦੇ ਕੋਲ ਬੈਠ ਕੇ ਸਾਡੇ ਮਨ ਨੂੰ ਸ਼ਾਂਤੀ ਆਏਗੀ, ਇਹ ਮਹਾਰਾਜ ਕਹਿੰਦੇ ਆਉਣੀ ਨਹੀਂ। ਅਤੇ ਉਹਨਾਂ ਨੇ ਸਾਡੇ ਉੱਤੇ ਵੀ ਉਹੀਓ ਰੰਗ ਚੜ੍ਹਾ ਦੇਣਾ ਜਿਹੜਾ ਉਹਨਾਂ ਦੇ ਉੱਤੇ ਚੜ੍ਹਿਆ ਹੋਏ, ਮਾਇਆ ਦਾ ਹੀ, ਗੌਦਾ ਦਾ, ਵੈਰ ਵਿਰੋਧ। ਜੇ ਹੁਣ ਅਸੀਂ ਗੁਰਮੁਖਾਂ ਦਾ ਸੰਗ ਕਰਾਂਗੇ, ਉਹਨਾਂ ਗੁਰਮੁਖਾਂ ਦੇ ਉੱਤੇ ਰੰਗ ਚੜ੍ਹਿਆ ਨਾਮ ਦਾ, ਸੱਚ ਦਾ, ਪਾਰ ਬ੍ਰਹਮ ਪਰਮਾਤਮਾ ਦਾ। ਜਦੋਂ ਅਸੀਂ ਉਹਨਾਂ ਦਾ ਸੰਗ ਕਰਦੇ ਹਾਂ ਉਹ ਆਪਾਂ ਨੂੰ ਵੀ ਦੱਸ ਦਿੰਦੇ ਵੀ ਸਾਡੇ ਉੱਤੇ ਵੀ ਕਿਵੇਂ ਰੰਗ ਚੜ੍ਹਨਾ। ਤਾਂ ਮਹਾਰਾਜ ਕਹਿੰਦੇ ਵੀ ਦੋਸਤੀ ਗੁਰਮੁਖਾਂ ਦੇ ਨਾਲ ਕਰੋ। ਉਹਨਾਂ ਦੇ ਨਾਲ ਜਦੋਂ ਅਸੀਂ ਦੋਸਤੀ ਕਰਦੇ, ਉਹਨਾਂ ਦੇ ਨਾਲ ਅਸੀਂ ਬਹਿਣ ਖਲੋਣ ਕਰਦੇ, ਸਾਡੇ ਮਨ ਨੂੰ ਜਿਹੜਾ ਰੋਗ ਲੱਗਿਆ ਜਨਮ ਮਰਨ ਦਾ, ਇਹ ਸਾਡਾ ਰੋਗ ਕੱਟਿਆ ਜਾਂਦਾ ਅਤੇ ਅਸੀਂ ਸਦਾ ਵਾਸਤੇ ਸੁਖੀ ਹੋ ਜਾਂਦੇ। ਮਹਾਰਾਜ ਫਰਮਾਉਂਦੇ ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸਿਉ ਲਾਈ ਚਿੱਤ, ਜਨਮ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਵੀ ਮਿੱਤ। ਬਈ ਜਦੋਂ ਅਸੀਂ ਗੁਰਮੁਖਾਂ ਦਾ ਸੰਗ ਕਰਾਂਗੇ ਅਤੇ ਫਿਰ ਅਸੀਂ ਸੁਖੀ ਹੋ ਜਾਵਾਂਗੇ, ਸਾਡੇ ਮਨ 'ਤੇ ਨਾਮ ਦਾ ਰੰਗ ਚੜ੍ਹ ਜਾਏਗਾ, ਸਤਿ ਦਾ ਰੰਗ ਚੜ੍ਹ ਜਾਏਗਾ।
इस वास्ते फिर आपां नूं तां करके उन्हां गुरमुखां दी वडियाई दसी बई जिहड़े आप सच ते नाम दे नाल जुड़े ने। जदों असीं उन्हां दा संग करदे, उन्हां दा संग करके असीं भी तर जांदे। इस लई महाराज कहंदे सफल जीवन सफल तां का संग, जाके मन लागा हर रंग। जय जय शब्द अनाहद वाजे, सुन सुन आनंद करे प्रभ गाजी। प्रगटे गोपाल महात की मथ, नानक उधरे तन के साथी। बई उन्हां दा संग करके उन्हां दा साथ लैके असीं भी उधर जाने, साडा भी पार उतारा हो जाता, असीं भी भव सागर तो पार लंघ जाने। इसी अवस्था 'च फिर आपां नूं सतगुरु समझाउंदे बई संग करो, साध संगत करो, बई ताकि सानूं भेद आवे, सानूं सोझी आवे, बई साडा जिहड़ा मन है वो सुखी हो जाए, वो आनंद अवस्था दे विच आ जाए। साडे जीवन का जिहड़ा असल मकसद है ਉਹਨੂੰ ਅਸੀਂ ਸਮਝ ਕੇ ਉਹਨੂੰ ਅਸੀਂ ਪੂਰਾ ਕਰ ਲਈਏ। ਔਰ ਇਹ ਸਭ ਤੋਂ ਵੱਡਾ ਪਰਉਪਕਾਰ, ਕਿਸੇ ਜੀਵ ਨੂੰ ਉਹਦਾ ਅਸਲੀ ਮਕਸਦ ਜੀਵਨ ਦਾ ਮਨੋਰਥ ਸਮਝਾਉਣਾ, ਉਹਨੂੰ ਦੱਸਣਾ ਵੀ ਤੈਨੂੰ ਇਹ ਜੀਵਨ ਕਾਹਦੇ ਵਾਸਤੇ ਮਿਲੇ, ਉਹਨੂੰ ਇਹ ਦੱਸ ਕੇ ਸਮਝਾ ਕੇ ਉਹਨੂੰ ਇਸ ਮਾਰਗ 'ਤੇ ਤੋਰਨਾ ਵੀ ਕਿਵੇਂ ਤੂੰ ਆਪਦੇ ਜੀਵਨ ਦਾ ਲਾਹਾ ਖੱਟਣਾ। ਇਹ ਤੋਂ ਵੱਡਾ ਸੰਸਾਰ ਦੇ ਵਿੱਚ ਹੋਰ ਕੋਈ ਦਾਨ, ਹੋਰ ਕੋਈ ਪੁੰਨ, ਹੋਰ ਕੋਈ ਪਰਉਪਕਾਰ ਨਹੀਂ। ਇਹ ਸਭ ਤੋਂ ਵੱਡਾ ਦਾਨ ਹੈ, ਇਹ ਸਭ ਤੋਂ ਵੱਡਾ ਪਰਉਪਕਾਰ ਜੀਵਾਂ ਦੇ ਉੱਤੇ ਕੀਤਾ ਜਾਂਦਾ, ਮਨਾਂ ਦੇ ਉੱਤੇ ਕੀਤਾ ਜਾਂਦਾ। ਇਹ ਕੀਤੀ ਹੋਈ ਦਇਆ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ। ਇਸ ਨੂੰ ਮਹਾਰਾਜ ਕਹਿੰਦੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਬਈ ਇਹ ਜੀਵਾਂ ਦੇ ਉੱਤੇ ਕੀਤੀ ਹੋਈ ਦਇਆ ਇਹ ਪ੍ਰਵਾਨ ਗੁਰੂ ਨਾਨਕ ਦੇ ਘਰ ਦੇ ਵਿੱਚ ਵੀ ਤੁਸੀਂ ਜੀਵਾਂ ਦੇ ਉੱਤੇ ਦਇਆ ਕਰਤੀ, ਤੁਸੀਂ ਉਹਨਾਂ ਨੂੰ ਉਹਨਾਂ ਦੇ ਜੀਵਨ ਦਾ ਅਸਲ ਮਕਸਦ ਦੱਸਦੇ। ਅਤੇ ਜੇ ਉਹ ਇਸ ਮਕਸਦ ਨੂੰ ਸਮਝ ਕੇ ਮਾਰਗ 'ਤੇ ਚੱਲ ਪੈਂਦੇ ਨੇ ਅਤੇ ਸਮਝ ਲਓ ਵੀ ਆਪਦੇ ਜੀਵਨ ਦਾ ਲਾਹਾ ਖੱਟ ਲੈਂਦੇ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਕਹਿੰਦੇ ਬਈ ਤੁਸੀਂ ਆਪ ਵੀ ਇਹ ਮਾਰਗ ਦੇ ਉੱਤੇ ਚੱਲੋ ਅਤੇ ਨਾਲ ਹੋਰ ਵੀ ਅੱਗੇ ਵੱਧ ਤੋਂ ਵੱਧ ਜੀਵਾਂ ਨੂੰ ਦੱਸੋ, ਤਾਂ ਕਿ ਜਿਉਂ ਉਹਨਾਂ ਨੂੰ ਇਹ ਮਾਨਸ ਜਾਮਾ ਮਿਲਿਆ ਕਈਆਂ ਯੁੱਗਾਂ ਬਾਅਦ, ਬਈ ਉਹਨਾਂ ਨੂੰ ਸਮਝ ਲੱਗ ਜੇ ਵੀ ਇਹ ਜੀਵਨ ਬੜਾ ਵਡਮੁੱਲਾ, ਬੜਾ ਕੀਮਤੀ, ਬਈ ਇਹ ਜੀਵਨ ਨੂੰ ਅਸੀਂ ਵਿਅਰਥ ਨਾ ਖਰਾਬ ਕਰੀਏ ਸੰਸਾਰ ਦੀਆਂ ਦੁਨਿਆਵੀ ਗੱਲਾਂ ਕਰ ਕਰਕੇ, ਸੰਸਾਰ ਦੇ ਵਿੱਚ ਦੌੜ 'ਚ ਪੈ ਕੇ, ਵੈਰ ਵਿਰੋਧ ਵਿੱਚ ਪੈ ਕੇ, ਈਰਖਾ ਨਫ਼ਰਤ ਦੇ ਵਿੱਚ ਪੈ ਕੇ ਅਸੀਂ ਇਹਨੂੰ ਅਜਾਈ ਨਾ ਕਮਾਈਏ। ਬਈ ਇਹ ਬੜਾ ਵਡਮੁੱਲਾ ਅਤੇ ਬੜੇ ਲੰਮੇ ਸਮੇਂ ਬਾਅਦ, ਬੜੇ ਯੁੱਗਾਂ ਬਾਅਦ ਸਾਨੂੰ ਇਹ ਪ੍ਰਾਪਤ ਹੁੰਦਾ। ਪਹਿਲਾਂ ਤਾਂ ਅਸੀਂ ਹੋਰਾਂ ਜੂਨਾਂ ਦੇ ਵਿੱਚ ਇਹ ਖੇਲ ਨੂੰ ਹਾਰਦੇ ਹੀ ਆ ਰਹੇ, ਸਾਨੂੰ ਕਿਸੇ ਨੇ ਸਮਝਾਇਆ ਨਹੀਂ, ਭੇਤ ਨਹੀਂ ਦਿੱਤਾ ਆਪਾਂ ਨੂੰ। ਹੁਣ ਆਪਾਂ ਨੂੰ ਮਾਨਸ ਜਾਮਾ ਮਿਲਿਆ ਅਤੇ ਹੁਣ ਆਪਾਂ ਜਿੱਤ ਸਕਦੇ ਹਾਂ ਖੇਲ ਨੂੰ ਜੇ ਚੰਗੀ ਤਰ੍ਹਾਂ ਸਮਝ ਜੀਏ। ਆਈਆਂ ਮਾਰੇ ਕਹਿੰਦੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ। ਬਈ ਪਹਿਲਾਂ ਤਾਂ ਕਿੰਨੇ ਯੁੱਗ ਹੋ ਗਏ ਸਾਨੂੰ ਹਾਰਦਿਆਂ ਨੂੰ। ਹਾਰਦੇ ਅਸੀਂ ਕਦੋਂ? ਜਦੋਂ ਅਸੀਂ ਇਹ ਦੁਬਦਾ 'ਚ ਪੈਂਦੇ, ਜਦੋਂ ਅਸੀਂ ਵੈਰ ਵਿਰੋਧ ਦੇ ਵਿੱਚ ਪੈਂਦੇ ਹਾਂ, ਫਿਰ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰਦੇ। ਔਰ ਦੁਬਦਾ ਦੇ ਵਿੱਚ ਕਦੋਂ ਜੀ ਪੈਂਦਾ, ਕਦੋਂ ਵੈਰ ਵਿਰੋਧ 'ਚ ਪੈਂਦਾ? ਜਦੋਂ ਮਰਨਾ ਭੁੱਲ ਜਾਂਦਾ। ਇਹ ਸੰਸਾਰ ਦੇ ਵਿੱਚ ਜਦੋਂ ਆਪਾਂ ਨੂੰ ਭੇਜਿਆ ਜਾਂਦਾ, ਸਭ ਤੋਂ ਪਹਿਲਾਂ ਮਰਨ ਲਿਖਾ ਲਿਆ ਜਾਂਦਾ। ਮੈਰਤ ਮੰਡਲ 'ਚ ਆਉਣ ਤੋਂ ਪਹਿਲਾਂ ਦਰਗਾਹ ਦੇ ਵਿੱਚ, ਪਰਲੋਕ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਅਸੀਂ ਮਰਨ ਲਿਖਾ ਕੇ ਆਉਂਦੇ ਪਹਿਲਾਂ ਉੱਥੇ।
ਫਿਰ ਇਹ ਮਿਰਤ ਮੰਡਲ ਦੇ ਵਿੱਚ ਅਸੀਂ ਆਉਂਦੇ ਹਾਂ, ਇਸ ਸੰਸਾਰ ਦੇ ਵਿੱਚ। ਹੁਣ ਇੱਥੇ ਆ ਕੇ ਜੀਵ ਮਰਨਾ ਭੁੱਲ ਜਾਂਦਾ। ਜਦੋਂ ਮਰਨਾ ਭੁੱਲਦਾ ਫਿਰ ਉਹ ਦੁਬਦਾ 'ਚ ਜਾਂਦਾ, ਫਿਰ ਉਹ ਵੈਰ ਵਿਰੋਧ ਦੇ ਵਿੱਚ ਜਾਂਦਾ। ਜਦੋਂ ਦੁਬਦਾ 'ਚ ਪੈ ਗਿਆ ਫਿਰ ਇਹ ਜੀਵਨ ਦੀ ਬਾਜੀ ਨੂੰ ਹਾਰਦਾ, ਅਤੇ ਦੁਬਦਾ 'ਚ ਸਾਰਾ ਸਮਾਂ ਬੀਤ ਜਾਂਦਾ। ਫਿਰ ਜਦੋਂ ਸਮਾਂ ਬੀਤਦਾ ਫਿਰ ਇਹਨੂੰ ਵਾਪਸ ਜੂਨਾਂ 'ਚ ਭੇਜਦੇ, ਫਿਰ ਇਹ ਪਛਤਾਉਂਦਾ। ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ, ਮਰਨ ਲਖਾਈ ਮੰਡਲ ਮੇ ਆਏ, ਜਨਮ ਪਦਾਰਥ ਦੁਬਦਾ ਖੋਵੇ, ਆਪ ਨਾ ਚੀਨਸ ਭਰਮ ਭਰਮ ਰੋਵੇ। ਬਈ ਜਿਨ੍ਹਾਂ ਨੇ ਆਪਣੇ ਆਪੇ ਨੂੰ ਨਹੀਂ ਚੀਨਿਆ, ਆਪਣੇ ਆਪੇ ਦੀ ਪਹਿਚਾਣ ਨਹੀਂ ਕੀਤੀ, ਉਹ ਫਿਰ ਵਾਪਸ ਜਾ ਕੇ ਰੋਂਦੇ ਭਰਮ ਦੇ ਵਿੱਚ, ਫਿਰ ਜੂਨਾਂ 'ਚ ਜਾਂਦੇ। ਹੁਣ ਮਹਾਰਾਜ ਕਹਿੰਦੇ ਜਨਮ ਤਾਂ ਮਿਲਿਆ ਪਦਾਰਥ ਰੂਪ ਦੇ ਵਿੱਚ, ਪਰ ਦੁਬਦਾ 'ਚ ਪੈ ਕੇ ਇਹਨੂੰ ਖਰਾਬ ਕਰ ਲਿਆ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਆਪਾਂ ਸਮਝ ਲਏ, ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਸਮਝ ਲੱਗ ਗਈ, ਅਤੇ ਜੇ ਤੁਸੀਂ ਕਹਿੰਦੇ ਸਮਝ ਲਿਆ, ਜਿਹੜੇ ਜੀਵ ਤੁਹਾਨੂੰ ਲੱਗਦਾ ਭੁੱਲੇ ਹੋਏ ਨੇ ਉਹਨਾਂ ਨੂੰ ਜਾ ਕੇ ਸਮਝਾਓ, ਉਹਨਾਂ ਨੂੰ ਦੱਸੋ ਜਾ ਕੇ। ਮਾਰੇ ਕਹਿੰਦੇ ਤਾਂ ਕੋ ਸਮਝਾਵਣ ਜਾਈਏ ਜੇ ਕੋ ਭੁੱਲਾ ਹੋਈ। ਬਈ ਜੇ ਲੱਗਦਾ ਆਪਾਂ ਨੂੰ ਵੀ ਇਹ ਭੁੱਲੇ ਨੇ, ਉਹਨਾਂ ਨੂੰ ਜਾ ਕੇ ਦੱਸ ਵੀ ਇਹ ਵੈਰ ਵਿਰੋਧ ਛੱਡੋ ਅਤੇ ਆਹ ਪ੍ਰੇਮ ਦੇ ਮਾਰਗ 'ਤੇ ਚੱਲੋ, ਸਿਮਰਨ ਕਰੋ, ਸਤ ਸੰਗਤ ਕਰੋ। ਅਤੇ ਜੇ ਮਹਾਰਾਜ ਕਹਿੰਦੇ ਵੀ ਤੁਸੀਂ ਭੁੱਲ ਗਏ ਹੋ, ਵੀ ਆਪਾਂ ਨੂੰ ਨਹੀਂ ਪਤਾ ਵੀ ਅਸੀਂ ਕਿੱਥੇ ਜਾਣਾ, ਅਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਪੁੱਛ ਲਓ। ਮਹਾਰਾਜ ਕਹਿੰਦੇ ਅੱਗੇ ਕਿਆ ਜਾਣਾ ਨਹੀਂ, ਮੈਂ ਭੁੱਲੇ ਤੂੰ ਸਮਝਾਏ। ਬਈ ਮੈਨੂੰ ਨਹੀਂ ਪਤਾ ਅੱਗੇ ਕਿੱਥੇ ਜਾਣਾ, ਮੈਂ ਰਾਹ ਭੁੱਲ ਗਿਆ, ਆਪਦਾ ਘਰ ਭੁੱਲ ਗਿਆ। ਜੇ ਤੁਹਾਡੇ ਵਿੱਚੋਂ ਕਿਸੇ ਨੂੰ ਪਤਾ ਆਪਣੇ ਘਰ ਦਾ, ਉਹ ਰਸਤੇ ਦਾ ਪਤਾ, ਅਤੇ ਮੈਨੂੰ ਕਿਰਪਾ ਕਰਕੇ ਉਹ ਰਾਹ ਦੱਸ ਦਿਓ, ਤਾਂ ਕਿ ਮੈਂ ਵੀ ਉਹ ਰਾਹ 'ਤੇ ਚੱਲ ਕੇ ਅਤੇ ਆਪਦੇ ਘਰ ਚਲਾ ਜਾਵਾਂ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਇਹ ਸਭ ਤੋਂ ਵੱਡਾ ਦਾਨ ਹੈ, ਇਹ ਸਭ ਤੋਂ ਵੱਡਾ ਪਰਉਪਕਾਰ। ਕਾਲਯੁਗ ਦੇ ਸਮੇਂ ਦੇ ਵਿੱਚ ਪਰਮਾਤਮਾ ਦੇ ਗੁਣ ਗਾਉਣੇ, ਸਿਮਰਨ ਕਰਨਾ, ਕਰਾਉਣਾ, ਇਹ ਸਭ ਤੋਂ ਵੱਡਾ ਪੁੰਨ ਹੈ। ਮਾਰੇ ਫਰਮਾਉਂਦੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਈ। ਵੀ ਮਾਲਕ ਦੇ ਗੁਣ ਗਾਉਣੇ ਪਰਮਾਤਮਾ 'ਚ, ਅਤੇ ਅੱਗੇ ਜੀਵਾਂ ਨੂੰ ਰਸਤਾ ਦੱਸਣਾ, ਸੱਚ ਦੇ ਨਾਮ ਦਾ ਭੇਤ ਦੇਣਾ, ਇਹ ਦਾਨ ਹੈ। ਸੋ ਇਹ ਪੁੰਨ ਦਾਨ ਕੀਤਾ ਹੋਇਆ, ਜੀਵ ਦੇ ਉੱਤੇ ਦਇਆ ਕੀਤੀ ਹੋਈ, ਇਹ ਫਿਰ ਆਪਾਂ ਨੂੰ ਦੱਸਦੇ ਵੀ ਇਹ ਪ੍ਰਵਾਨ। ਗੁਰਬਾਣੀ ਗੁਰੂ ਵਿੱਚ ਸਾਨੂੰ ਇਹ ਕਰਨ ਨੂੰ ਕਹਿੰਦੇ ਨੇ। ਹੁਣ ਇਹ ਅਸੀਂ ਪਰਉਪਕਾਰ, ਇਹ ਦਾਨ, ਇਹ ਅਸੀਂ ਤਾਂਹੀਓ ਕਰ ਸਕਦੇ ਜੇ ਅਸੀਂ ਆਪ ਗੁਰਬਾਣੀ ਗੁਰੂ ਨੂੰ ਪੜ੍ਹਾਂਗੇ, ਪੜ੍ਹ ਕੇ ਅਸੀਂ ਵਿਚਾਰਾਂਗੇ, ਅਸੀਂ ਖੋਜਾਂਗੇ, ਸਾਨੂੰ ਆਪ ਨੂੰ ਗਿਆਨ ਹੋਏਗਾ, ਆਪ ਨੂੰ ਸੋਝੀ ਹੋਏਗੀ, ਫਿਰ ਅਸੀਂ ਅੱਗੇ ਜੀਵਾਂ ਨੂੰ ਗੁਰਬਾਣੀ ਗੁਰੂ ਦੁਆਰਾ ਸਮਝਾ ਸਕਦੇ। ਭਾਈਓ ਮਹਾਰਾਜ ਕਹਿੰਦੇ ਬਈ ਇਹ ਜੋ ਗੁਰਬਾਣੀ ਗੁਰੂ, ਇਹ ਸਾਰੀ ਬ੍ਰਹਮ ਦੀ ਵਿੱਦਿਆ। ਜੇ ਅਸੀਂ ਆਪ ਇਹ ਵਿੱਦਿਆ ਨੂੰ ਵਿਚਾਰਾਂਗੇ, ਆਪ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਾਂਗੇ, ਪੜ੍ਹ ਕੇ ਵਿਚਾਰਾਂਗੇ, ਖੋਜਾਂਗੇ, ਜਿਹੜੇ ਖੋਜਦੇ ਉਹ ਫਿਰ ਪਰਉਪਕਾਰੀ ਹੋ ਜਾਂਦੇ। ਮਾਰੇ ਫਰਮਾਉਂਦੇ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਬਈ ਜਦੋਂ ਅਸੀਂ ਇਹ ਵਿੱਦਿਆ ਦੀ ਵਿਚਾਰ ਕਰਾਂਗੇ, ਫਿਰ ਅਸੀਂ ਅੱਗੇ ਪਰਉਪਕਾਰ ਕਰ ਸਕਦੇ ਵੀ ਸਾਨੂੰ ਗੁਰੂ ਸਾਹਿਬ ਆਹ ਸਮਝਾਉਂਦੇ, ਸਾਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰਾਂ ਨੇ ਆਹ ਭੇਦ ਦਿੱਤਾ, ਆਹ ਉਪਦੇਸ਼ ਦਿੱਤੇ। ਇਹ ਜਿਹੜੇ ਜੀਵ ਨੂੰ ਆਪਾਂ ਦੱਸਾਂਗੇ, ਸਮਝੋ ਤੁਸੀਂ ਉਹਦੇ 'ਤੇ ਪਰਉਪਕਾਰ ਕਰ ਰਹੇ, ਉਹਨੂੰ ਸਮਝਾ ਰਹੇ ਹੋ। ਇਹੋ ਪਰਉਪਕਾਰ ਫਿਰ ਆਪਣੇ 'ਤੇ ਗੁਰਮੁਖ ਕਰਦੇ। ਸੰਸਾਰ ਦੇ ਵਿੱਚ ਮਾਲਕ ਜਦੋਂ ਗੁਰਮੁਖਾਂ ਨੂੰ ਭੇਜਦਾ, ਸੰਤਾਂ ਸਾਧੂਆਂ ਨੂੰ ਭੇਜਦਾ,
ਉਹ ਸਾਡੇ 'ਤੇ ਆ ਕੇ ਇਹੀਓ ਪਰਉਪਕਾਰ ਕਰਦੇ, ਉਹ ਸਾਨੂੰ ਇਹੀਓ ਗਿਆਨ ਦਿੰਦੇ, ਇਹੀਓ ਭੇਦ ਦਿੰਦੇ, ਸਾਨੂੰ ਸਮਝਾਉਂਦੇ ਆ ਕੇ। ਜਿਸ ਨੂੰ ਮਾਰੇ ਕਹਿੰਦੇ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਵਣ, ਹਰ ਸਿਉ ਲੈਣ ਮਲਾਈ। ਬਈ ਉਹਨਾਂ ਨੇ ਸਾਨੂੰ ਜੀਵਨ ਦਾਨ ਦੇ ਕੇ ਉਹਨਾਂ ਨੇ ਸਾਨੂੰ ਭਗਤੀ 'ਤੇ ਲਾਉਣਾ, ਉਹਨਾਂ ਨੇ ਸਾਨੂੰ ਭਗਤੀ ਦਾ ਭੇਤ ਦੇਣਾ। ਬਈ ਭਗਤੀ ਕੀ ਹੈ ਅਤੇ ਅਸੀਂ ਭਗਤੀ ਕਿਵੇਂ ਕਰਨੀ ਹੈ ਅਤੇ ਕਾਹਦੇ ਵਾਸਤੇ ਕਰਨੀ। ਕਿਉਂਕਿ ਜਦ ਤੱਕ ਸਾਨੂੰ ਉਹ ਪਰਉਪਕਾਰੀ ਗੁਰਮੁਖਾਂ ਦਾ ਸੰਗ ਨਹੀਂ ਹੁੰਦਾ, ਉਹ ਉਹਨਾਂ ਸਮਾਂ ਸਾਨੂੰ ਤਾਂ ਇਹ ਵੀ ਨਹੀਂ ਭੇਤ ਆਉਂਦਾ ਵੀ ਅਸੀਂ ਗੁਰਬਾਣੀ ਨੂੰ ਕਾਹਦੇ ਵਾਸਤੇ ਪੜ੍ਹਨਾ, ਜਾਂ ਅਸੀਂ ਗੁਰੂ ਘਰ ਆਉਂਦੇ ਹਾਂ ਸੰਗਤ ਅਸੀਂ ਕਾਹਦੇ ਵਾਸਤੇ ਕਰਨੀ। ਅਸਲੀ ਮਕਸਦ ਆਪਾਂ ਨੂੰ ਉਹੀਓ ਸਮਝਾਉਂਦੇ ਗੁਰਮੁਖ, ਬਈ ਅਸੀਂ ਸੰਗਤ ਕਾਹਦੇ ਵਾਸਤੇ ਕਰਨੀ, ਅਸੀਂ ਗੁਰਬਾਣੀ ਨੂੰ ਕਿਉਂ ਪੜ੍ਹਨਾ, ਅਸੀਂ ਜੋ ਸਿਮਰਨ ਹੈ ਸਿਮਰਨ ਕਾਹਦੇ ਵਾਸਤੇ ਕਰਨਾ। ਫਿਰ ਹੀ ਆਪਾਂ ਨੂੰ ਸਮਝ ਆਉਂਦੀ ਜਦੋਂ ਆਪਾਂ ਨੂੰ ਐਸੇ ਗੁਰਮੁਖਾਂ ਦਾ ਸੰਗ ਹੁੰਦਾ। ਜੇ ਸਾਨੂੰ ਸੰਗ ਨਾ ਹੋਵੇ ਫਿਰ ਜੀਵ ਜੇ ਗੁਰਬਾਣੀ ਨੂੰ ਪੜ੍ਹਦਾ ਵੀ ਉਹ ਤ੍ਰੈ ਗੁਣਾਂ ਦੇ ਵਿੱਚ ਹੀ ਪੜ੍ਹਦਾ, ਸੰਸਾਰੀ ਮਤਲਬ ਵਾਸਤੇ, ਸੰਸਾਰ ਦੇ ਕਿਸੇ ਕਰਮ ਵਾਸਤੇ ਤਾਂ ਕਰਦਾ। ਸਿਮਰਨ ਵੀ ਕਰਦਾ ਅਤੇ ਉਹਦੇ ਵਿੱਚ ਵੀ ਕੋਈ ਨਾ ਕੋਈ ਮਕਸਦ ਰੱਖਦਾ, ਸੰਸਾਰ ਦਾ ਸਵਾਰਥ ਰੱਖਦਾ। ਜੇ ਗੁਰੂ ਘਰ ਵੀ ਆਉਂਦਾ ਤਾਂ ਵੀ ਵਿੱਚ ਸਵਾਰਥ ਰੱਖਦਾ ਵੀ ਮੇਰਾ ਆਹ ਕੰਮ ਹੋ ਜੇ। ਅਤੇ ਇਹ ਤਾਂ ਆਪਾਂ ਨੂੰ ਜਦੋਂ ਸਾਧ ਸੰਗਤ ਮਿਲਦੀ ਫਿਰ ਸਾਨੂੰ ਸੋਝੀ ਆਉਂਦੀ, ਫਿਰ ਸਾਨੂੰ ਸਮਝ ਲੱਗਦੀ ਬਈ ਅਸੀਂ ਜਿਹੜਾ ਸਿਮਰਨ ਹੈ ਸਿਮਰਨ ਤਾਂ ਇਸ ਵਾਸਤੇ ਕਰਨਾ ਵੀ ਵਿਚਾਰਾਂ ਨੂੰ ਰੋਕਣ ਵਾਸਤੇ। ਬਈ ਪਹਿਲਾਂ ਜੇ ਅਸੀਂ ਸਿਮਰਨ ਕਰਦੇ ਵੀ ਅਸੀਂ ਵਿਚਾਰਾਂ ਨੂੰ ਤਾਂ ਰੋਕਣ ਵਾਸਤੇ ਕਰਦੇ ਨਹੀਂ, ਅਸੀਂ ਤਾਂ ਮੰਗਾਂ ਵਾਸਤੇ ਕਰੀ ਜਾਂਦੇ। ਜੇ ਹੁਣ ਅਸੀਂ ਮੰਗਾਂ ਹੀ ਮੰਗੀ ਜਾਵਾਂਗੇ ਤਾਂ ਵਿਚਾਰ ਸਾਡੇ ਕਿੱਥੋਂ ਰੁਕਣਗੇ। ਮਨ ਤਾਂ ਸਾਡਾ ਉੱਥੇ ਹੀ ਹੈ ਵੀ ਉਹ ਸਾਡੀ ਮੰਗ ਕਦੋਂ ਪੂਰੀ ਹੋਵੇ। ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਸਮਝਾਉਂਦੇ ਵੀ ਗੁਰਬਾਣੀ ਨੂੰ ਬਈ ਅਸੀਂ ਕਾਹਦੇ ਵਾਸਤੇ ਪੜ੍ਹਨਾ, ਬਈ ਸਾਰਾ ਸਾਨੂੰ ਪਰਮਾਤਮਾ ਨੂੰ ਮਿਲਾਪ ਦਾ ਰਸਤਾ ਦੱਸੇ। ਸਾਡੀ ਇਸ ਕਾਇਆ ਦੀ ਸਾਡੇ ਅੰਦਰ ਦੀ ਖੋਜ ਹੈ ਬਈ ਅਸੀਂ ਗੁਰਬਾਣੀ ਨੂੰ ਇਸ ਕਰਕੇ ਪੜ੍ਹਨਾ ਵਿਚਾਰਨਾ ਵੀ ਤਾਂ ਕਿ ਸਾਨੂੰ ਸਾਡੇ ਅੰਦਰ ਦਾ ਭੇਤ ਆ ਜੀ, ਸਾਨੂੰ ਸਾਡੇ ਅੰਦਰ ਦੀ ਸੋਝੀ ਆ ਜੀ, ਸਾਨੂੰ ਆਪਣੇ ਘਰ ਦਾ ਭੇਤ ਆ ਜੀ, ਸਾਨੂੰ ਆਪਣੇ ਦੇਸ਼ ਦਾ ਭੇਤ ਆ ਜੀ, ਸਾਨੂੰ ਨਾਮ ਦਾ ਭੇਤ ਆ ਜੀ, ਸਾਨੂੰ ਸੱਚ ਦਾ ਭੇਤ ਆ ਜੀ। ਵੀ ਇਸ ਵਾਸਤੇ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਨਾ ਆਪਣੇ ਵਾਸਤੇ, ਆਪਣੇ ਆਪੇ ਦੀ ਸੋਝੀ ਲੈਣ ਵਾਸਤੇ। ਸੋ ਇਸ ਵਾਸਤੇ ਜਿਨ੍ਹਾਂ ਗੁਰਮੁਖਾਂ ਨੂੰ ਸਤ ਸੰਗਤ ਮਿਲ ਗਈ, ਗੁਰਬਾਣੀ ਉਹ ਵੀ ਪੜ੍ਹਦੇ ਅਤੇ ਉਹਨਾਂ ਦੇ ਪੜ੍ਹਨ ਦੇ ਵਿੱਚ ਅਤੇ ਜਿਹੜੇ ਜੀਵ ਨੂੰ ਸਤ ਸੰਗਤ ਨਹੀਂ ਮਿਲੀ ਉਹਦੇ ਪੜ੍ਹਨ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਸਿਮਰਨ ਉਹ ਵੀ ਜੀਵ ਕਰਦੇ ਜਿਨ੍ਹਾਂ ਨੂੰ ਸਤ ਸੰਗਤ ਨਹੀਂ ਮਿਲੀ, ਅਤੇ ਸਿਮਰਨ ਉਹ ਵੀ ਕਰਦੇ ਜਿਨ੍ਹਾਂ ਨੂੰ ਸਤ ਸੰਗਤ ਮਿਲ ਗਈ। ਪਰ ਦੋਵਾਂ ਦੇ ਸਿਮਰਨ ਕਰਨ ਦੇ ਵਿੱਚ ਵੀ ਬੜਾ ਅੰਤਰ ਹੈ, ਬੜਾ ਫਰਕ ਹੈ। ਜਿਵੇਂ ਮਹਾਰਾਜ ਕਹਿੰਦੇ ਵੀ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਤਾਂ ਸਾਰੇ ਕਰਦੇ, ਪਰ ਰਾਮ ਵਾਹਿਗੁਰੂ ਮਿਲਦਾ ਨਹੀਂ ਹੈ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਕਿਉਂ ਨਹੀਂ ਉਹਨੂੰ ਪਾਇਆ ਜਾਂਦਾ, ਕਿਉਂ ਨਹੀਂ ਮਿਲਦਾ? ਕਿਉਂਕਿ ਜੀਵ ਨੂੰ ਭੇਦ ਨਹੀਂ ਹੈ ਵੀ ਮੈਂ ਕਰਨਾ ਕਿਵੇਂ, ਕਾਹਦੇ ਵਾਸਤੇ ਕਰਨਾ। ਜਿਵੇਂ ਮਹਾਰਾਜ ਕਹਿੰਦੇ ਵੀ ਮੁੱਖ ਤੋਂ ਤਾਂ ਬਹੁਤ ਜੀਵ ਕਰਦੇ, ਸਾਰੇ ਕਰਦੇ, ਪਰ ਉਹ ਵਿਰਲੇ ਜਿਹੜੇ ਆਪਣੇ ਹਿਰਦੇ 'ਚ ਵਸਾਉਂਦੇ, ਜਿਹੜੇ ਮਨ 'ਚ ਵਸਾਉਂਦੇ ਨੇ, ਜਿਨ੍ਹਾਂ ਦੇ ਮਨ 'ਚ ਵਸ ਗਿਆ ਉਹ ਸਦਾ ਲਈ ਜੀਵਨ ਮੁਕਤ ਹੋ ਜਾਂਦੇ। ਮਹਾਰਾਜ ਕਹਿੰਦੇ ਮੁਖੋਂ ਹਰ ਹਰ ਸਭ ਕੋ ਕਰੇ, ਵਿਰਲੇ ਹਿਰਦੇ ਵਸਾਇਆ। ਨਾਨਕ ਜਨ ਕੇ ਹਿਰਦੇ ਵਸਿਆ, ਮੋਖ ਮੁਕਤ ਤੈਨੂੰ ਪਾਇਆ। ਬਈ ਉਹਨਾਂ ਨੇ ਮੁਕਤੀ ਪਾਈ, ਉਹਨਾਂ ਨੇ ਅਮਰ ਪਦਵੀ ਪਾਈ ਜਿਨ੍ਹਾਂ ਦੇ ਹਿਰਦੇ 'ਚ ਵਸ ਗਏ। ਹਿਰਦੇ 'ਚ ਕਿਹਨਾਂ ਦੇ ਵਸਿਆ? ਜਿਨ੍ਹਾਂ ਨੇ ਗੁਰੂ ਦੀ ਮੱਤ ਲਈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਆਪਣੇ ਹਿਰਦੇ ਵਿੱਚ ਵਸਾਓ। ਅਤੇ ਹਿਰਦੇ ਵਿੱਚ ਤਾਂ ਵਸੇਗਾ
जे असी विच कोई स्वार्थ नहीं रखांगे, जिवें गुरमुखां ने विच संसार का कोई स्वार्थ नहीं रखे, उन्होंने आखिया बेशक सानू रुखा भोजन मिल जे, सानू धरती ते भुंजे धरती ते सौना मिल जे, पर साडी तेरे नाल प्रीत ना टुटे, साडा तेरे नाल प्यार बनिया रहे। मारे कहंदे रुखो भोजन ऊम सैन सखी पिरिया संग सुख बेहात। बई उन्होंने सिर्फ प्रीत मंगी, मालक दा प्रेम, ते जिहड़ा प्रेम ये हिरदे वाला प्रेम। जदों साडा इदां दा प्यार होएगा, विच कोई स्वार्थ नहीं, तो साडे हिरदे च वसेगा ही वसेगा। जदों साडे हिरदे च वस गया तो सानू भुलना ही नहीं, सानू विछड़ना ही नहीं है, साडा विछोड़ा कदे नहीं पैना। आइयों महाराज फिर आपां नूं कहंदे बई अपना जिहड़ा रिदा इनू साफ करो, इनू सुचा करो। सच तां पर जाणीए जे रिदा सच्चा होए। बई अपना जिहड़ा मन है इनू शुद्ध करना, इनू धोना, मन नूं मैल नहीं लगन देनी। हुण जे असीं आपदी मत दुबारा करांगे ये साडा मन धोता ही नहीं जाना। जदों असीं गुरु की मत दुबारा करते हैं फिर ही साडा मन धोता जाता, फिर ही निर्मल होता। इस वास्ते फिर आपां नूं सतगुरु समझाउंदे भी ये माने साडे ने धोता जाना। जदों हुण असीं ये सिमरन करदे होए विच कोई स्वार्थ नहीं रखते, इसे वास्ते करते हैं भी मालक नूं मिलण लई, ये साडा मन धोता जांदा। जदों असीं गुरबाणी गुरु नूं पढ़दे हैं, सही दे विच नाल नाल सुणदे हैं, विचारदे हैं, इहदे नाल साडा हिरदा शुद्ध हो जांदा, साडा मन धोता जांदा। सारी गुरबाणी गुरु विच अमृत, ये अमृत द्वारा साडे मन ने धोता जाना, नहीं शुद्ध हो जाना। मारे फरमाउंदे बाणी गुरु गुरु है बाणी विच बाणी अमृत सारी। बई सारी गुरबाणी गुरु अमृतमई है, तो जदों असीं विचारांगे तो साडा मन धोता ही जाएगा। हुण जीव का मन क्यों नहीं धोता जाता? जदों विचारदा नहीं, जदों ध्यान दे नाल आपदी आवाज़ नूं नहीं सुणदा, जो बोल रहा उहनूं विचारदा नहीं, सुणदा नहीं, तां करके उहदा मन है जिहड़ा मन धोता नहीं जांदा, ताइयों शुद्ध नहीं हुंदा, ताइयों उहदी मैल नहीं उतरदी। इस वास्ते फिर महाराज कहंदे भी जद तक जीव गुरु की शरण दे विच नहीं आउंदा उन्ना समा उहदा मन है जिहड़ा मन धोता नहीं जाता, क्योंकि उहनूं तरीका नहीं आउंदा, जुगती नहीं आउंदी मन नूं धोण दी। भाइयों महाराज कहंदे भी मनमुख जीव थक के गुरबाणी भी पढ़ी, सिमरन भी किया आपदी मत द्वारा, पर मन न शुद्ध होए। सतगुरु कहंदे होना मनी, बेशक तुसीं उन्हां ज्ञानियां तो पुछो जिन्हां नूं ये सारा ज्ञान। मारे फरमाउंदे पढ़िया मैल ना उतरे, पुछो ज्ञानियां जाई। मन मेरे गुर शरण आए तां निर्मल होए, मन मुख हर हर कर थके मैल न सकी धोए। बई मनमुख जीव थक के गुरबाणी भी पढ़ी, हर हर वाहिगुरू वाहिगुरू भी किया, पर मन न धोता गया, मन न शुद्ध होए। मन दे विच उहिओ वैर विरोध कला कलेश ईरखा नफरत दुग्ध हौमे हंकार हो गया ही। सतगुरु कहंदे भी जे गया ही नहीं तो फिर तुसीं काहदे वास्ते करदे हो? भी इसे वास्ते तो करीदा भी मन शुद्ध हो। जे साडा मन ही नहीं शुद्ध होया, मन धोता ही नहीं गया, तो फिर तुहानूं लाहा की होया, तुहानूं फल की मिले? इस वास्ते फिर आपां नूं सच्चे पातशाह समझाउंदे भी ये तरीका जुगती है।
ਬਈ ਜੇ ਸਾਨੂੰ ਜੁਗਤੀ ਆਉਂਦੀ ਸਿਮਰਨ ਕਰਨ ਦੀ ਤੇ ਸਾਡਾ ਮਨ ਧੋਤਾ ਜਾਏਗਾ। ਜੇ ਸਾਨੂੰ ਜੁਗਤੀ ਆਉਂਦੀ ਗੁਰਬਾਣੀ ਗੁਰੂ ਨੂੰ ਪੜ੍ਹਨ ਦੀ ਤੇ ਫਿਰ ਸਾਡਾ ਮਨ ਧੋਤਾ ਜਾਏਗਾ। ਜੇ ਸਾਨੂੰ ਜੁਗਤੀ ਆਉਂਦੀ ਸਾਧ ਸੰਗਤ ਕਰਨ ਦੀ ਤੇ ਫਿਰ ਹੀ ਸਾਡਾ ਮਨ ਧੋਤਾ ਜਾਏਗਾ। ਇਸ ਵਾਸਤੇ ਫਿਰ ਇਹ ਆਪਾਂ ਨੂੰ ਜੁਗਤੀਆਂ ਤਰੀਕੇ ਦੱਸੇ ਗੁਰਬਾਣੀ ਗੁਰੂ ਵਿੱਚ, ਬਈ ਕਿਵੇਂ ਅਸੀਂ ਇਹ ਕਾਲ ਦੇ ਦਾਇਰੇ 'ਚੋਂ ਬਾਹਰ ਨਿਕਲਣਾ, ਕਿਵੇਂ ਅਸੀਂ ਇਹ ਭਵ ਸਾਗਰ ਤੋਂ ਪਾਰ ਹੋਣਾ। ਇਹਦੇ ਵਾਸਤੇ ਜ਼ੋਰ ਦੀ ਨਹੀਂ, ਜ਼ੋਰ ਲਾ ਕੇ ਨਹੀਂ ਅਸੀਂ ਨਿਕਲ ਸਕਦੇ, ਜੁਗਤੀ ਨਾਲ ਨਿਕਲ ਸਕਦੇ ਹਾਂ, ਤਰੀਕੇ ਨਾਲ ਨਿਕਲ ਸਕਦੇ। ਵਾਈਆਂ ਮਹਾਰਾਜ ਕਹਿੰਦੇ ਜ਼ੋਰ ਨਾ ਜੁਗਤੀ ਛੁੱਟੇ ਸੰਸਾਰ, ਬਈ ਜ਼ੋਰ ਨਾਲ ਨਹੀਂ ਜੁਗਤੀ ਨਾਲ ਛੁੱਟਿਆ ਜਾਂਦਾ। ਜੇ ਸਾਨੂੰ ਤਰੀਕਾ ਆਉਂਦਾ ਜੁਗਤੀ ਸਿੱਖੀਏ ਤੇ ਅਸੀਂ ਇੱਥੋਂ ਨਿਕਲ ਸਕਦੇ ਹਾਂ। ਜੇ ਸਾਨੂੰ ਜੁਗਤੀ ਨਹੀਂ ਤੇ ਅਸੀਂ ਨਿਕਲ ਹੀ ਨਹੀਂ ਸਕਦੇ। ਜਿੰਨਾ ਜ਼ੋਰ ਲਾਈ ਜਾਵਾਂਗੇ ਉਹਨਾਂ ਹੋਰ ਫਸੀ ਜਾਵਾਂਗੇ, ਹੋਰ ਧੱਸਦੇ ਜਾਵਾਂਗੇ ਵਿੱਚ। ਭਾਈਆਂ ਮਹਾਰਾਜ ਫਿਰ ਆਪਾਂ ਨੂੰ ਇਹ ਤਰੀਕੇ ਜੁਗਤੀਆਂ ਦੱਸਦੇ। ਜਦੋਂ ਆਪਾਂ ਸਾਧ ਸੰਗਤ 'ਚ ਆਉਂਦੇ ਹਾਂ ਫਿਰ ਜਿਵੇਂ ਹੁਣ ਇਹ ਸਿਮਰਨ ਕਰਨ ਦੀ ਜੁਗਤੀ ਹੈ, ਗੁਰਬਾਣੀ ਗੁਰੂ ਨੂੰ ਪੜ੍ਹਨ ਦੀ ਜੁਗਤੀ ਹੈ, ਫਿਰ ਨਾਮ ਨੂੰ ਅਸੀਂ ਕਿਵੇਂ ਸੁਣਨਾ ਇਹ ਜੁਗਤੀ ਹੈ। ਫਿਰ ਅਸੀਂ ਪਾਰ ਬ੍ਰਹਮ ਪਰਮਾਤਮਾ ਨੂੰ ਕਿਵੇਂ ਦੇਖਣਾ, ਉਹਨੂੰ ਦੇਖਣ ਦੀ ਜੁਗਤੀ ਹੈ। ਜਿਵੇਂ ਮਾਲਕ ਨੂੰ ਸੱਚ ਕਹਿੰਦੇ ਤੇ ਮਹਾਰਾਜ ਕਹਿੰਦੇ ਸੱਚ ਨੂੰ ਤੁਸੀਂ ਤਾਂਹੀਓ ਦੇਖ ਸਕਦੇ ਜੇ ਤੁਹਾਨੂੰ ਜੁਗਤੀ ਆਉਂਦੀ ਤਾਂ। ਸੱਚ ਤਾਂ ਪਰ ਜਾਣੀਏ ਜੇ ਜੁਗਤ ਜਾਣੇ ਜੀਓ, ਬਈ ਜੇ ਜੁਗਤ ਆਉਂਦੀ ਤੇ ਫਿਰ ਜਾਣ ਸਕਦੇ, ਫਿਰ ਦੇਖ ਸਕਦੇ। ਜੇ ਜੁਗਤ ਨਹੀਂ ਤੇ ਅਸੀਂ ਦੇਖ ਹੀ ਨਹੀਂ ਸਕਦੇ। ਇਹ ਫਿਰ ਸਾਨੂੰ ਜੁਗਤੀਆਂ ਤਰੀਕੇ ਹੀ ਗੁਰਬਾਣੀ ਗੁਰੂ ਵਿੱਚ ਦੱਸੇ ਗੁਰੂ ਸਾਹਿਬਾਨਾਂ ਨੇ, ਭਗਤਾਂ। ਇਹ ਜਦੋਂ ਆਪਾਂ ਸਤ ਸੰਗਤ ਕਰਦੇ ਫਿਰ ਇਹ ਜੁਗਤੀਆਂ 'ਤੇ ਵਿਚਾਰ ਕਰਦੇ ਹਾਂ ਵੀ ਕਿਵੇਂ ਇਹ ਅਸੀਂ ਜੁਗਤੀ ਤਰੀਕਾ ਵਰਤੀਏ। ਜਿਵੇਂ ਹੁਣ ਆਪਾਂ ਨੂੰ ਕਹਿੰਦੇ ਵੀ ਮਨ ਨੂੰ ਧੋਣ ਵਾਸਤੇ ਇਹ ਸਾਸ ਗਿਰਾਸ ਸਿਮਰਨ ਕਰੋ, ਇਹ ਜੁਗਤੀ ਹੈ। ਬਈ ਆਪਣੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣੋ, ਇਹ ਜੁਗਤੀ ਹੈ ਨਾ, ਇਹ ਤਰੀਕਾ ਹੈ। ਜਿਹਨੂੰ ਮਹਾਰਾਜ ਕਹਿੰਦੇ ਰਸਨਾ ਉਚਰੇ ਹਰ ਸਰਵਣੀ ਸੁਣੇ ਸੋਧਰੇ ਮਿੱਤਰ, ਵੀ ਇਹ ਜੁਗਤ ਹੈ। ਵੀ ਰਸਨਾ ਦੁਬਾਰਾ ਬੋਲੋ, ਕੰਨਾਂ ਦੁਬਾਰਾ ਆਪਦੀ ਆਵਾਜ਼ ਨੂੰ ਸੁਣੋ, ਇਹ ਜੁਗਤ ਅਪਣਾਓ, ਇਹ ਤਰੀਕਾ ਅਪਣਾਓ। ਜਦੋਂ ਇਹ ਅਸੀਂ ਇਹ ਗੁਰੂ ਸਾਹਿਬਾਨਾਂ ਦੀ ਦੱਸੀ ਹੋਈ ਜੁਗਤ ਤਰੀਕਾ ਅਪਣਾਵਾਂਗੇ ਤੇ ਅਸੀਂ ਇਹ ਵਿਚਾਰਾਂ ਤੋਂ ਬੁਰਨੀਆਂ ਤੋਂ ਰਹਿਤ ਹੋ ਜਾਵਾਂਗੇ। ਹੁਣ ਕਿਵੇਂ ਅਸੀਂ ਇਹ ਵਿਚਾਰਾਂ ਤੋਂ ਰਹਿਤ ਹੋਣਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਇਹ ਜੁਗਤ ਦੱਸਦੇ ਹੋਏ ਵੀ ਸਾਸ ਗਿਰਾਸ ਸਿਮਰਨ ਕਰੋ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
वाहिगुरु जी का खालसा वाहिगुरु जी की फतेह। सतगुरु आपां नूं इस तरीके नाल समझाउंदे भी सिमरन करो, एक मालक नूं ध्यावो। जे असीं सारे सुख भालदे हां, सदा वास्ते सुखी होना चाहुंदे, फिर महाराज कहंदे भी वो सच नूं कमावो, सच नूं ध्यावो, परमात्मा दे सन्मुख होवो, पार ब्रह्म नूं नेड़े करके देखो, एक नाम दी आराधना करो। आइयों महाराज कहंदे भी जेड़े फिर चाहुंदे बई वो फिर मालक नूं नेड़े देखण, परमात्मा नूं ये मालक दे सन्मुख होण। ते इस वास्ते फिर ये आपां किवें होना, उहदे वास्ते फिर ये सारा आपां नूं गुरबाणी गुरु विच भेज दिता जा रहा। बई पहलां आपां सिमरन करके संत पद तक पहुँचना हुंदा, फिर आपां गुरु की शरण च जाके संत तो अगे संत सिपाही बनना हुंदा, ते गुरु ने सानू फिर पार ब्रह्म परमात्मा के सन्मुख करना। इला संत जन आपां नूं अनहद बाणी तक ले जांदे ते संतां ने गुरु दे अगे पेश कर देना। जदों संतां नूं साडे ते प्रतीत आ गई, वो गुरु दे पेश कर देंदे, ते जदों गुरु नूं साडे ते प्रतीत आ गई, गुरु सानू सतगुर दे अगे पेश कर देंदे। वो सानू पार ब्रह्म परमात्मा दे सन्मुख कर देंदे। सो इस वास्ते हुण आपां जीवन का लाहा खटण वास्ते वाचो वादे सिमरन करना, गुरबाणी गुरु नूं पढ़ के विचारना, खोजना, वाचो वादे आप सत्संगत करनी। ये जो सारा ज्ञान गुरबाणी गुरु द्वारा आपां नूं दिता महापुरखां ने, भाई साहब भाई सेवा सिंह जी धर्माला, जो गुरमुखां ने अपने जीवन का मकसद आपां नूं समझाए बई परमात्मा निरंकार नूं, वाहिगुरू नूं असीं किवें मिलना, ते आपां सारी मिल सकदे। जिस नूं महाराज कहंदे नेड़े देखो पार ब्रह्म, एक नाम ध्यावो। बई पार ब्रह्म नूं नेड़े असीं किवें देखना, किवें असीं मालक दे सन्मुख होना, वो फिर सारा गुरबाणी गुरु द्वारा आपां नूं भेज दित्ता। सो इन्नियां बेनतियां, इन्ने विचार करदे होए जे कोई ऐसा शब्द बोलिया गया होवे, संगत अते सतगुरु बख्शण जोग ने बख्श लेना जी। वाहिगुरू जी का खालसा वाहिगुरू जी की फतेह। वाहिगुरू वाहिगुरू।